ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹ੍ਰਿਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ ਵਾਹਿਗੁਰੂ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਵੱਛ ਸਥਿਰ ਇਹ ਲਖੋ ਜਨੇਊ। ਘਰ ਮੈਂ ਪਹਿਰੈ ਵਿਰਲੇ ਕੇਊ। ਜੁਗੋ ਜੁਗ ਅਟਲ ਸ਼ਬਦ ਗੁਰੂ। ਚਵਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਬਰਕਤਮਈ ਪਾਵਨ ਹਜ਼ੂਰੀ ਅੰਦਰ ਸੰਧਿਆ ਵਕਤ ਤੋਂ ਸਜੇ ਪਾਵਨ ਦੀਵਾਨ ਤਿਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋਂ ਵਡਭਾਗੇ ਹੋ। ਸਤਿਗੁਰਾਂ ਦੀ ਮੁਬਾਰਕ ਹਜ਼ੂਰੀ ਅੰਦਰ ਬੈਠ ਕੇ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ, ਜਿਸ ਕਥਾ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਾਲ ਜੀਵਨ ਦੇ ਵਿੱਚ ਕੀਤੇ ਹੋਏ ਪਰਉਪਕਾਰ ਕੌਤਕਾਂ ਦੀ ਵਿਚਾਰ ਜਿਹੜੀ ਹੈ ਆਪਾਂ ਕਰ ਰਹੇ ਹਾਂ। ਜਿਵੇਂ ਸਤਿਗੁਰੂ ਜੀ ਨੇ ਗੋਪਾਲ ਪਾਂਧੇ ਨੂੰ ਸਿੱਖਿਆ ਦਿੱਤੀ, ਪੰਡਤ ਹਰਦਿਆਲ ਨੂੰ ਸਿੱਖਿਆ ਦਿੱਤੀ ਪ੍ਰਕਾਸ਼ ਵੇਲੇ, ਉਸੇ ਪ੍ਰਕਾਰ ਮੌਲਵੀ ਨੂੰ ਯਕ ਅਰਜ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ
हक्का कबीर करीम तू बेऐब परवदगार दुनिया मुकामे फानी तहकीक दिलदानी। फारसी विच ਇਹ ਮੁਬਾਰਕ ਬਚਨ ਤਿਲੰਗ ਰਾਗ ਦੇ ਰਾਹੀਂ ਮੌਲਵੀ ਨੂੰ ਬਖਸ਼ ਕੇ ਉਹਦਾ ਵੀ ਪਾਰ ਉਤਾਰਾ ਕੀਤਾ। ਹੁਣ ਪੰਡਿਤ ਹਰਦਿਆਲ ਜੋ ਜਨੇਊ ਦੀ ਰਸਮ ਕਰਨ ਆਇਆ ਹੈ, ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਸ਼ਬਦ ਦਾ ਪਹਿਲਾ ਪਦਾ ਸਰਵਣ ਕੀਤਾ ਸੀ। ਦਇਆ ਕਪਾਹ ਸੰਤੋਖ ਸੂਟ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾ ਪਾਂਡੇ ਘਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਰਾਹੀਂ ਪੰਡਿਤ ਹਰਦਿਆਲ ਜੀ ਨੂੰ ਸਮਝਾਇਆ ਹੈ ਕਿ ਜੇ ਇਹ ਤੁਹਾਡੇ ਕੋਲ ਜਨੇਊ ਹੈ ਤਾਂ ਮੇਰੇ ਪਾਓ, ਨਹੀਂ ਤੇ ਜੋ ਤੁਸੀਂ ਪਾ ਰਹੇ ਹੋ ਉਹ ਤੇ ਟੁੱਟੇਗਾ ਵੀ, ਉਹਨੂੰ ਮੈਲ ਵੀ ਲੱਗੇਗੀ, ਉਹ ਨਾਸ਼ ਵੀ ਹੋਏਗਾ। ਇਸ ਲਈ ਜਿਹੜਾ ਹੈ ਜੇਕਰ ਤੁਸੀਂ ਪਾਉਣਾ ਹੀ ਚਾਹੁੰਦੇ ਜੋ ਤੇ ਤੁਹਾਡੇ ਅੱਗੇ ਇਹ 2-4 ਸਵਾਲ ਨੇ ਮੇਰੇ, ਤੁਸੀਂ ਜਿਹੜਾ ਹੈ ਇਹਨਾਂ ਦੇ ਉੱਤਰ ਦੇ ਦਿਓ ਤੇ ਮੈਂ ਜਨੇਊ ਪਾ ਦਿਆਂਗਾ। ਪਰ ਉੱਤਰ ਜਿਹੜਾ ਹੈ ਉਹਨਾਂ ਤੋਂ ਦਿੱਤਾ ਨਹੀਂ ਸੀ ਗਿਆ। ਅੱਗੇ ਮਾਲਕ ਜੀ ਕਿਵੇਂ ਸਿੱਖਿਆ ਦੇ ਰਹੇ ਨੇ ਸ਼ਬਦ ਦੇ ਰਾਹੀਂ, ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਵਾਚ ਸਥਿਰੇ ਲਖੋ ਜਨੇਊ, ਘਰ ਮੈਂ ਪਹਿਰੇ ਵਿਰਲੇ ਕੋ। ਇਹ ਜਨੇਊ ਨੂੰ ਪਵਿੱਤਰ ਤੇ ਸਦਾ ਜਿਹੜਾ ਹੈ ਰਹਿਣ ਵਾਲਾ ਸਮਝੋ, ਜੋ ਕਿ ਆਪਾਂ ਸ਼ਬਦ ਰਾਹੀਂ ਕੱਲ ਸਮਝਿਆ ਸੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜੋ ਮੈਂ ਇਸ ਜਨੇਊ ਦੀ ਗੱਲ ਕਰ ਰਿਹਾ ਨਾ, ਇਹ ਆਪਣੇ ਹਿਰਦੇ ਰੂਪ ਗਲ ਦੇ ਵਿੱਚ ਧਾਰਨ ਕਰੋ, ਕਿਉਂਕਿ ਇਹ ਸੱਚਾ ਹੈ, ਪਵਿੱਤਰ ਹੈ ਤੇ ਕੋਈ ਵਿਰਲਾ ਹੀ ਇਸ ਨੂੰ ਆਪਣੀ ਗਲ ਦੇ ਵਿੱਚ ਪਾਉਂਦਾ ਹੈ। ਜੇ ਨਰ ਘਰ ਮੈਂ ਧਾਰਨ ਕੀਨਾ, ਤਨ ਨਰ ਕੀਨੇ ਦੁਖ ਛੀਨਾ। ਜਿਸ ਨੇ ਵੀ ਅਜਿਹਾ ਜਨੇਊ ਧਾਰਨ ਕੀਤਾ ਹੈ ਨਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਧਨ ਨੇ ਤੇ ਉਹਨਾਂ ਮਨੁੱਖਾਂ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ ਹੈ। ਲੋਕ ਬਹੁਰ ਪਰ ਲੋਕ ਅਸ਼ੋਕੂ, ਸਨਮਾਨੈ ਸਭ ਅੰਤਰ ਓਕੂ। ਉਹਨਾਂ ਦਾ ਲੋਕ ਵੀ ਸੁਖੀ ਹੈ, ਪਰਲੋਕ ਵੀ ਆਨੰਦਿਤ ਹੈ ਤੇ ਜਮਾਂ ਦੇ ਘਰ ਵਿੱਚ ਵੀ ਉਹਨਾਂ ਦਾ ਜਿਹੜਾ ਸਨਮਾਨ ਹੁੰਦਾ ਹੈ। ਅਸਬਿਦ ਕੋ ਜੇ ਹੈ ਤੁਮ ਪਸੂ, ਘਰ ਮੁਝ ਪਾਵੋ ਦੁਕ੍ਰਿਤ ਨਾਸ਼ੂ। ਇਸ ਵਿਧੀ ਨਾਲ ਤਿਆਰ ਕੀਤਾ ਜਾਵੇ ਨਾ ਦਇਆ ਕਪਾਹ ਸੰਤੋਖ ਸੂਤ, ਭਾਵ ਇਸ ਵਿਧੀ ਦੇ ਨਾਲ ਜਨੇਊ ਜਦੋਂ ਤਿਆਰ ਕੀਤਾ ਗਿਆ ਨਾ, ਮਾਲਕ ਜੀ ਕਹਿੰਦੇ ਇਹ ਜਨੇਊ ਪਾਪਾਂ ਦਾ ਨਾਸ਼ ਕਰਦਾ ਹੈ। ਕਰਤ ਸੂਤ ਕੋ ਗ੍ਰੰਥਨ ਪਾਈ, ਜਲ ਜਾਵੇ ਸੰਗ ਨ ਜਾਈ। ਅਸਲ ਦੇ ਵਿੱਚ ਜਿਹੜਾ ਹੈ ਇਹ ਸੂਤ, ਇਹ ਜਨੇਊ ਇਹੋ ਜਿਹਾ ਹੈ ਕਿ ਇਹ ਨਾ ਤੇ ਸੜਦਾ ਹੈ, ਨਾ ਹੀ ਅਸਲ ਦੇ ਵਿੱਚ ਇਹਨੂੰ ਕੋਈ ਮੈਲ ਲੱਗਦੀ ਹੈ, ਨਾ ਟੁੱਟਦਾ ਹੈ, ਨਾ ਗਵਾਚਦਾ ਹੈ। ਮਾਲਕ ਜੀ ਕਹਿੰਦੇ ਇਹੋ ਜਿਹਾ ਜਨੇਊ ਜਿਹੜਾ ਹੈ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਕਰੋ। ਜਾਨੋ ਕੱਚਾ ਕਾਜ ਸੰਸਾਰੂ, ਲੋਕ ਦਿਖਾਵਾ ਕਰਤ ਗਵਾਰੂ। ਇਹ ਜਨੇਊ ਤੁਹਾਨੂੰ ਜਿਹੜਾ ਹੈ ਦ੍ਰਿੜ ਕਰਵਾਏਗਾ ਕਿ ਇਹ ਸੰਸਾਰ ਜਿਹੜਾ ਹੈ ਨਾ ਕੱਚਾ ਕਾਗਜ਼ ਹੈ। ਕਾਗਜ਼ ਤੁਸੀਂ ਅਸਲ ਦੇ ਵਿੱਚ ਇਹ ਖੁਦ ਕਰਕੇ ਵੀ ਦੇਖ ਸਕਦੇ ਹੋ। ਬੜੀ ਪਿਆਰੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ। ਮਾਲਕ ਜੀ ਕਹਿੰਦੇ ਨੇ ਇਹ ਸੰਸਾਰ ਇੱਕ ਕਾਗਜ਼ ਦੀ ਤਰ੍ਹਾਂ ਹੈ, ਜਿੱਥੇ ਮੌਤ ਦੀਆਂ ਬੂੰਦਾਂ ਪੈਂਦੀਆਂ ਨੇ ਇਹ ਕਾਗਜ਼ ਗਲ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਤੇ ਇਸ ਲਈ ਮਾਲਕ ਜੀ ਕਹਿੰਦੇ ਇੱਕ ਕਾਗਜ਼ ਦੀ ਤਰ੍ਹਾਂ ਹੈ, ਜਦੋਂ ਕਾਗਜ਼ ਤੇ ਬੂੰਦ ਪਾਣੀ ਦੀ ਡਿੱਗਦੀ ਹੈ ਨਾ, ਉਹ ਗਲਣਾ ਸ਼ੁਰੂ ਹੋ ਜਾਂਦਾ ਹੈ। ਪਰ ਦੂਜੇ ਪਾਸੇ
ਭਾਈ ਗੁਰਦਾਸ ਜੀ ਕਹਿੰਦੇ ਜਦੋਂ ਕਾਗਜ਼ ਨੂੰ ਤੁਸੀਂ ਘਿਓ ਦੇ ਵਿੱਚ ਡੁਬੋਗੇ ਨਾ, ਉਸ ਤੋਂ ਬਾਅਦ ਤੁਸੀਂ ਪਾਣੀ ਵਿੱਚ ਸੁੱਟ ਦਿਓ ਉਹਨੂੰ, ਉਹ ਗਲੇਗਾ ਨਹੀਂ। ਉਹਦੀ ਹੋਂਦ ਉਸੇ ਪ੍ਰਕਾਰ ਬਰਕਰਾਰ ਰਹਿੰਦੀ ਹੈ। ਤੇ ਤੱਤ ਕੀ ਸਮਝਾਇਆ? ਕਹਿਣ ਲੱਗੇ ਜੇ ਤੇ ਸੰਸਾਰ ਨਾਲ ਜੁੜੇ ਰਹੋਗੇ ਤੇ ਫਿਰ ਤੇ ਪਾਣੀ ਦੀ ਬੂੰਦ ਵੀ ਪੈਗੀ ਤੇ ਤੁਸੀਂ ਗਲ ਜਾਓਗੇ, ਤੇ ਜੇ ਗੁਰੂ ਨਾਲ ਜੁੜ ਜਾਓਗੇ ਤੇ ਫਿਰ ਤੇ ਕੋਈ ਕੁਝ ਨਹੀਂ ਵਿਗਾੜ ਸਕਦਾ। ਕਿਉਂਕਿ ਜਦੋਂ ਸੰਗਤ ਪਾਣੀ ਦੀ ਰਾਹੀਂ ਆਪਾਂ ਜਿਹੜਾ ਪਾਣੀ ਦੀ ਨਹੀਂ ਘਿਓ ਦੀ ਕਰ ਲਵਾਂਗੇ, ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਜੋ ਕਰ ਲਏਗਾ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਉਹਦਾ ਫਿਰ ਲੋਕ ਵੀ ਸੁਖੀ ਹੈ ਤੇ ਪਰਲੋਕ ਵੀ ਸੁਹੇਲਾ। ਸਰੀਰ ਭਾਵੇਂ ਉਹਦਾ ਨਾਮ ਹੀ ਰਵੇ, ਉਹਦੀ ਹੋਂਦ ਰਹਿੰਦੀ ਦੁਨੀਆ ਤੱਕ ਜਿਹੜਾ ਹੈ ਨਾ, ਇਹ ਸੰਸਾਰ 'ਤੇ ਰਹਿੰਦੀ ਹੈ, ਬਰਕਰਾਰ ਰਹਿੰਦੀ ਹੈ। ਇਸ ਲਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾ ਰਹੇ ਨੇ ਸੱਚਾ ਜਨੇਊ ਕਿਹੜਾ ਹੈ। ਤੇ ਇਸ ਲਈ ਜਿਹੜਾ ਹੈ ਕੱਚੇ ਕਾਗਜ਼ ਦੀ ਤਰ੍ਹਾਂ ਹੈ ਸੰਸਾਰ। ਲੋਕ ਦਿਖਾਵਾ ਕਰਤ ਗਵਾਰੂ, ਗਵਾਰੂ ਦਾ ਅਰਥ ਗਵਾਰ, ਮੂਰਖ। ਮੂਰਖ ਮਨੁੱਖ ਜਿਹੜੇ ਨੇ ਨਾ, ਇਹ ਸਭ ਕੁਝ ਲੋਕ ਵਿਖਾਵੇ ਲਈ ਕਰ ਰਹੇ ਨੇ, ਹੋਰ ਕੁਝ ਨਹੀਂ। ਦੌੜ ਭੱਜ ਹੈ ਮਨੁੱਖ ਦੀ ਲੱਗੀ ਹੋਈ ਹੈ, ਬਸ ਸੰਸਾਰ ਖੁਸ਼ ਹੋਣਾ ਚਾਹੀਦਾ। ਮੈਂ ਨਹੀਂ ਕਹਿ ਰਿਹਾ, ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਜਿਹੜਾ ਹੈ ਪਾਵਨ ਬਾਣੀ ਦੇ ਰਾਹੀਂ ਰੋਜ਼ ਸਮਝਾਉਂਦੇ ਨੇ। ਸ਼ਬਦ ਯਾਦ ਹੈ ਤੁਹਾਨੂੰ, ਸੁਖਮਨੀ ਸਾਹਿਬ ਦੀ ਇਹ ਪੰਕਤੀ ਹੈ। ਮਾਲਕ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਬੌਡੀ ਜਿਹੜੀ ਹੈ ਮਨੁੱਖਾਂ ਵਾਲੀ ਹੈ, ਪਰ ਇਹਦੇ ਕੰਮ ਡੰਗਰਾਂ ਵਾਲੇ ਨੇ। ਸਿੱਧੀ ਗੱਲ ਕਹੀ। ਕਦੀ ਇਹਦੇ ਅੰਦਰ, ਕਿਉਂਕਿ ਬਿਰਤੀ ਜਦੋਂ ਤਬਦੀਲ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਉਦੋਂ ਕੋਈ ਨਾ ਕੋਈ ਤੂੰ ਜਾਨਵਰ ਦਾ ਰੂਪ ਧਾਰਨ ਕਰਦਾ ਹੈ। ਜਾਮਾ ਮਨੁੱਖਾਂ ਵਾਲਾ ਹੀ ਹੈ। ਜੇ ਤੇ ਤੇਰੇ ਅੰਦਰ ਦੂਸਰੇ ਦੇ ਪ੍ਰਤੀ ਵੈਰ ਵਿਰੋਧ ਦਾ ਜ਼ਹਿਰ ਆ ਗਿਆ, ਤੂੰ ਇੱਕ ਸੱਪ ਦੀ ਤਰ੍ਹਾਂ। ਜੇ ਤੂੰ ਵਿਕਾਰਾਂ ਦਾ ਭਾਰ ਲੱਦਿਆ ਹੋਇਆ, ਤੂੰ ਗਧੇ ਦੀ ਤਰ੍ਹਾਂ ਹੈ। ਜੇ ਤੇਰੇ ਅੰਦਰ ਲਾਲਚ ਆ ਗਿਆ, ਤੂੰ ਕੁੱਤੇ ਦੀ ਤਰ੍ਹਾਂ ਹੈ। ਇਸੇ ਪ੍ਰਕਾਰ ਜਿਹੜਾ ਹੈ ਹਰ ਇੱਕ ਬਿਰਤੀ ਦਾ ਜ਼ਿਕਰ ਮਾਲਕ ਨੇ ਕੀਤਾ। ਜੇਕਰ ਤੇਰੇ ਅੰਦਰ ਜਿਹੜਾ ਹੈ ਚਲਾਕੀ ਵਾਲੀ ਅਵਸਥਾ ਹੈ ਨਾ, ਹਾਲਤ ਹੈ ਤੇਰੀ, ਤੇ ਤੂੰ ਇੱਕ ਕਾਂ ਦੀ ਤਰ੍ਹਾਂ ਹੈ। ਕਾਂ ਦੇ ਅੰਦਰ ਬੜੀ ਚਲਾਕੀ ਹੁੰਦੀ ਹੈ। ਅੱਖ ਝਮਕਦਿਆਂ ਹੀ ਉਹ ਜਿਹੜਾ ਬੁਰਕੀ ਰੋਟੀ ਚੁੱਕ ਕੇ ਲੈ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਰਾਹੀਂ ਇਹ ਸਿੱਖਿਆਵਾਂ ਦਿੱਤੀਆਂ ਨੇ। ਨਾਮ ਹੀਣਸ ਜੋ ਪ੍ਰਾਣੀ ਤ੍ਰਿਗੰਤ ਜੋਨ ਪਸ਼ੂ। ਅਸਲ ਦੇ ਵਿੱਚ ਜਿਹੜਾ ਹੈ ਤ੍ਰਿਕਾਰਯੋਗ ਜੋਨਾਂ ਦੇ ਵਿੱਚ ਉਹ ਭਟਕਦੇ ਨੇ ਮਨੁੱਖ। ਭ੍ਰਸ਼ਟਣ ਕੂਕਰਹ ਸੁਕਰਹ ਗਰਦਬਹ ਕਾਕਰਹ ਸਰਪ ਨਾ ਤੁਲ ਖਲਾ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਮਨੁੱਖ ਜਿਹੜਾ ਹੈ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਪਚਾਰਾ ਦਾ ਅਰਥ ਹੈ ਖੁਸ਼ਾਮਦਾਂ ਕਰਨੀਆਂ। ਰਾਤ ਕੀ ਹੋਇਆ, ਦਿਨ ਕੀ ਹੋਇਆ, ਹਰ ਵਕਤ ਲੋਕਾਂ ਦੀ ਖੁਸ਼ਾਮਦ ਦੇ ਵਿੱਚ ਲੱਗਾ ਰਹਿੰਦਾ ਹੈ ਮਨੁੱਖ, ਕੇਵਲ ਦਿਖਾਵੇ ਲਈ। ਸੁਨ ਕਰ ਬਚ ਹਰ ਦਿਆਲ ਰਸਾਲਾ, ਉਲਕਾ ਵਲ ਤਨ ਹਰਕ ਬਿਸਾਲਾ। ਪੰਡਤ ਹਰਦਿਆਲ ਜੀ ਨੇ ਜਦੋਂ ਇਹ ਬਚਨ ਸੁਣੇ ਨੇ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ, ਕਿਉਂਕਿ ਆਰਬਲਾ ਛੋਟੀ ਹੈ ਜੀ, ਕੇਵਲ ਜਿਹੜਾ ਹੈ 9-10 ਸਾਲ ਦੀ ਆਰਬਲਾ ਹੈ ਮਾਲਕ ਦੀ। ਤੇ ਪੰਡਤ ਹਰਦਿਆਲ ਜੀ ਸੁਣ ਕੇ ਹੈਰਾਨ ਹੋ ਰਹੇ ਨੇ ਕਿ ਕਹਿ ਕੀ ਰਹੇ ਨੇ। ਅੱਜ ਤੱਕ ਤੇ ਕਿਸੇ ਨੇ ਮੈਨੂੰ ਇਹ ਗੱਲਾਂ ਕਹੀਆਂ ਨਹੀਂ। ਜਿੱਦਾਂ ਮੈਂ ਕਿਹਾ ਹੈ ਕਿਸੇ ਨੂੰ, ਉੱਦਾਂ ਉਹਨਾਂ ਨੇ ਕਰ ਲਿਆ। ਕਿਸੇ ਨੇ ਅੱਜ ਤੱਕ ਹਿੰਮਤ ਨਹੀਂ ਕੀਤੀ ਕਿ ਪੰਡਤ ਨੂੰ, ਬ੍ਰਾਹਮਣ ਨੂੰ ਕੋਈ ਸਵਾਲ ਕਰ ਸਕੀਏ। ਪਰ ਇਹ ਪਹਿਲੇ ਨੇ ਜਿਨ੍ਹਾਂ ਨੇ ਸਵਾਲ ਬੜੇ ਰੱਖ ਦਿੱਤੇ ਸਾਡੇ ਅੱਗੇ। ਤੇ ਇਸ ਲਈ ਜਿਹੜਾ ਹੈ ਬਚਨ ਸੁਣ ਕੇ ਉਹ ਪ੍ਰੇਮ ਦੇ ਵਿੱਚ ਭਿੱਜ ਗਿਆ। ਮੈਂ ਪੂਰਬ ਜੋਗੀ ਰਾਮ ਬਾਚੀ, ਬਿਨ ਸੰਸੈ ਸੋ ਵੀ ਸਭ ਸਾਚੀ। ਹੁਣ ਸੋਚਣ ਲੱਗਾ ਕਿ ਮੈਂ ਪ੍ਰਕਾਸ਼ ਵੇਲੇ ਜਦੋਂ ਬਚਨ ਕਹੇ ਸਨ ਨਾ, ਉਹ ਅਸਲ ਦੇ ਵਿੱਚ ਹੁਣ ਸੱਚ ਮੈਨੂੰ ਬਿਲਕੁਲ ਸੱਚੇ ਦਿਖ ਰਹੇ ਹਨ। ਲੱਖ ਹੈ ਵਿਰਲੇ ਬੋ ਅਨਜਾਨਾ, ਜੈ ਬਚ ਸੁਨ ਮਮ ਮਨ ਠਹਿਰਾਨਾ। ਅਜਿਹਾ ਜਿਹੜਾ ਹੈ ਕਿਸੇ ਵਿਰਲੇ ਨਹੀਂ ਜਾਣਿਆ।
ਤੇ ਬਹੁਤੇ ਲੋਕ ਤੇ ਅਣਜਾਣ ਨੇ ਤੇ ਅਣਜਾਣਪੁਣੇ ਦੇ ਵਿੱਚ ਗੱਲਾਂ ਕਰਦੇ ਹਨ। ਹਾਂ ਸੁਕ੍ਰਿਤਾਰਥ ਬੰਸ ਸਮੇਤਾ ਪਾਜ ਜਮਾਨ ਬ੍ਰਹਮੰਡ ਨਿਕੇਤਾ। ਹੁਣ ਮਨੋ ਮਨੀ ਇਹ ਸੋਚਦਾ ਹੈ ਪੰਡਿਤ ਹਰਦਿਆਲ, ਮੈਂ ਤੇ ਤਰਿਆ ਹੀ ਹਾਂ, ਮੇਰੇ ਨਾਲ ਮੇਰੀ ਕੁੱਲ ਵੀ ਤਰ ਗਈ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਰਾਹੀਂ। ਇਸ ਲਈ ਜਿਹੜਾ ਹੈ ਮੈਨੂੰ ਆਸਰਾ ਮਿਲ ਗਿਆ ਗੁਰੂ ਸਾਹਿਬ ਜੀ ਦਾ, ਤੇ ਗੁਰੂ ਸਾਹਿਬ ਜੀ ਹੁਣ ਮੇਰੇ ਜਜਮਾਨ ਨੇ। ਹਾਂਜੀ, ਅਨੰਦ ਮੰਗਾਨੇ ਮੁਖ ਬੋਲਨਾਵਾ ਸੁਨਨ ਬਚਨ ਮਨ ਰੁਚਿ ਉਪਜਾਵਾ। ਪੰਡਿਤ ਹਰਦਿਆਲ ਜੀ ਆਨੰਦਿਤ ਹੋਏ ਨੇ, ਖੁਸ਼ ਹੋਏ ਨੇ, ਤੇ ਫਿਰ ਜਿਹੜਾ ਹੈ ਕੁਝ ਜਾਣਨ ਲਈ ਇੱਛੁਕ ਨੇ। ਮਨ ਦੇ ਵਿੱਚ ਕੁਝ ਇੱਛਾ ਹੈ ਕਿ ਗੁਰੂ ਸਾਹਿਬ ਜੀ ਹੋਰ ਵੀ ਕੁਝ ਸਾਨੂੰ ਦੱਸਣ। ਆਨੰਦ ਜੇ ਤੇਜ ਬੈਸੇ ਸ਼ੁਭ ਨੀਤੀ ਸੋ ਬੋਲੇ ਲਖ ਪਾਚਨ ਰੀਤੀ। ਇਸ ਪ੍ਰਕਾਰ ਇੱਕ ਤੀਬਰ ਇੱਛਾ ਜਿਹੜੀ ਹੈ ਨਾ, ਰੁਚੀ ਕਹਿ ਲਓ, ਤੰਗ ਕਹਿ ਲਓ, ਖਿੱਚ ਕਹਿ ਲਓ, ਇਹ ਪੰਡਿਤ ਹਰਦਿਆਲ ਦੇ ਅੰਦਰ ਜਿਹੜਾ ਪੈਦਾ ਹੋਈ ਹੈ। ਤੇ ਹੁਣ ਸ਼ੁਭ ਨੀਤੀ ਦੇ ਨਾਲ ਪਹਿਲਾਂ ਤਾਂ ਜਿਹੜਾ ਹੈ ਹੋਰ ਨੀਤੀਆਂ ਅਪਣਾਈਆਂ ਜਾ ਰਹੀਆਂ ਸਨ ਕਿ ਸਾਡੀ ਗੱਲ ਮੰਨ ਲੈਣਗੇ ਗੁਰੂ ਸਾਹਿਬ ਜੀ, ਪਰ ਗੁਰੂ ਸਾਹਿਬ ਜੀ ਨੇ ਸਵਾਲ ਹੀ ਇਹੋ ਜਿਹੇ ਰੱਖ ਦਿੱਤੇ ਕਿ ਉਹਨਾਂ ਦੇ ਜਵਾਬ ਉਹਨਾਂ ਕੋਲ ਨਹੀਂ ਸੀ। ਹੁਣ ਸ਼ੁਭ ਨੀਤੀ ਦੇ ਨਾਲ ਵਿਚਾਰ ਕਰਨ ਦੇ ਲਈ ਬੈਠ ਗਏ ਹਨ ਤੇ ਪ੍ਰਮਾਣ ਹੁਣ ਦੇ ਕੇ ਕਿ ਪ੍ਰਾਚੀਨ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਜੋ ਰੌ ਰੀਤੀ ਚੱਲੀ ਆ ਰਹੀ ਆ, ਜੇ ਅਸੀਂ ਜਿਹੜਾ ਹੈ ਸਵਾਲ ਕਰੀਏ ਨਾ ਤੁਹਾਨੂੰ, ਤੁਸੀਂ ਇਹ ਕਿਉਂ ਕਰਦੇ ਹੋ, ਤੁਹਾਡੇ ਕੋਲ ਇਹੋ ਹੀ ਜਵਾਬ ਹੈ, ਸਾਡੇ ਬਜ਼ੁਰਗ ਕਰਦੇ ਰਹੇ ਨੇ, ਹੋਰ ਕੁਛ ਨਹੀਂ। ਪਿੱਛੇ ਤਤਸਾਰ ਕੀ ਹੈ, ਕਿਸ ਪ੍ਰਕਾਰ ਕਿਉਂ ਕਰਦੇ ਹੋ, ਇਹਦਾ ਜਵਾਬ ਨਹੀਂ ਹੈਗਾ। ਜੇ ਹੈ ਤੇ ਮੁਬਾਰਕ ਹੈ, ਪਰ ਨਹੀਂ ਹੁੰਦਾ ਹੈ। ਨਹੀਂ, ਸਾਡੇ ਬਜ਼ੁਰਗ ਕਰਦੇ ਸਨ, ਅਸੀਂ ਵੀ ਕਰਨਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਮੇਰੇ ਜੋ ਬਜ਼ੁਰਗ ਕਰਦੇ ਸਨ ਮੈਂ ਉੱਦਾਂ ਨਹੀਂ ਕਰਨਾ, ਜੋ ਸੱਚ ਹੈ, ਜੋ ਸਹੀ ਹੈ ਉਹ ਕਰਾਂਗਾ ਮੈਂ। ਤੇ ਹੁਣ ਪ੍ਰਮਾਣ ਦੇਣ ਲੱਗੇ ਨੇ, ਪੁਰਾਣੇ ਪ੍ਰਮਾਣ ਜਿਹੜਾ ਹੈ, ਜਿਹੜੇ ਵਿਦਵਾਨ ਲਾਗੇ ਲਾਗੇ ਬੈਠੇ ਸਨ, ਉਹ ਹੁਣ ਪ੍ਰਮਾਣ ਦੇਣ ਲੱਗੇ ਹਨ। ਤੋ ਬਾਲਕ ਜਗਿਉ ਪਵਿੱਤਾ ਵੇਦ ਪੰਥ ਮੈਂ ਗਿਨਿਉ ਪੁਨੀਤਾ। ਕਹਿੰਦੇ ਹੈ ਬਾਲਕ, ਜਿਹੜੇ ਲਾਗੇ ਬੈਠੇ ਸੀ ਵਿਦਵਾਨ, ਕਹਿੰਦੇ ਹੈ ਬਾਲਕ, ਜਨੇਊ ਪਾਉਣ ਦੀ ਰੀਤੀ ਜਿਹੜੀ ਹੈ ਨਾ, ਵੇਦ ਪੰਥ ਵਿੱਚ ਬਹੁਤ ਪਵਿੱਤਰ ਸਮਝੀ ਜਾਂਦੀ ਹੈ। ਇਸ ਰਸਮ ਨੂੰ ਬੜਾ ਪਵਿੱਤਰ ਸਮਝਿਆ ਜਾਂਦਾ ਹੈ। ਪਰਮ ਪਰਾ ਪਾਵਨ ਬਰ ਧਰਮਾ ਵਿਦ ਬਾਹਜ ਕੋ ਰਾਖਤ ਧਰਮਾ। ਆਦਿ ਤੋਂ ਜਿਹੜਾ ਹੈ ਇਹ ਪਵਿੱਤਰ ਤੇ ਸ੍ਰੇਸ਼ਟ ਧਰਮ ਹੈ। ਉਹ ਲਾਗੇ ਜਿਹੜੇ ਵਿਦਵਾਨ ਪੰਡਿਤ ਬ੍ਰਾਹਮਣ ਕਹਿ ਰਹੇ ਨੇ ਸ੍ਰੇਸ਼ਟ ਧਰਮ ਹੈ, ਤੇ ਇਸ ਲਈ ਜਿਹੜਾ ਹੈ ਖੱਤਰੀ ਬ੍ਰਾਹਮਣ ਇਸ ਧਰਮ ਨੂੰ ਰੱਖਦੇ ਆਏ ਹਨ। ਬ੍ਰਹਮਾ ਦਿਖਤੇ ਇਹ ਚਲ ਆਵਾ ਸਨਕ ਸਨੰਦਨ ਸਭ ਪਹਿਰਾਵਾ। ਬ੍ਰਹਮਾ ਦੇ ਸਮੇਂ ਤੋਂ ਕਹਿੰਦੇ ਚੱਲਿਆ ਆ ਰਿਹਾ ਹੈ ਇਹ ਰਸਮੋ ਰਿਵਾਜ ਜਿਹੜਾ ਹੈ। ਬ੍ਰਹਮਾ ਜੀ ਦੇ ਪੁੱਤਰ ਜਿਹੜੇ ਸਨ, ਸਨਕ ਸਨੰਦਨ, 4 ਪੁੱਤਰ ਸਨ, ਤੇ ਅਸਲ ਦੇ ਵਿੱਚ ਜਿਹੜਾ ਹੈ ਉਹਨਾਂ ਪੁੱਤਰਾਂ ਨੇ ਵੀ ਇਹ ਜਿਹੜਾ ਹੈ ਰਸਮ, ਇਹ ਜਨੇਊ ਜਿਹੜਾ ਹੈ ਕਹਿੰਦੇ ਪਹਿਨਿਆ ਸੀ। ਜੇ ਹਮ ਕੀਨੀ ਉਕਤ ਨਵੀਨਾ ਪੇਲੋਏ ਤਉ ਸੁਮਤ ਪ੍ਰਵੀਨਾ। ਕਹਿਣ ਲੱਗੇ ਕਿ ਜੋ ਅਸੀਂ ਕਰ ਰਹੇ ਹਾਂ ਨਾ, ਉਹ ਕੋਈ ਨਵੀਂ ਗੱਲ ਨਹੀਂ ਹੈ, ਉਹ ਗੱਲ ਤੇ ਉਹੀ ਆ ਗਈ। ਗੁਰੂ ਸਾਹਿਬ ਜੀ ਨੇ ਜੋ ਸਵਾਲ ਰੱਖੇ ਸੀ ਉਹ ਤੁਸੀਂ ਕੱਲ ਸੁਣੇ ਨੇ, ਤੇ ਇਹਨਾਂ ਸਵਾਲਾਂ ਤੋਂ, ਇਹਨਾਂ ਜਵਾਬਾਂ ਤੋਂ ਪਰੇ ਹੈ ਗੁਰੂ ਸਾਹਿਬ ਜੀ ਦੇ ਜਿਹੜੇ ਸਵਾਲ ਸਨ, ਕਿਤੇ ਆਉਂਦੇ ਨਹੀਂ ਕਿਤੇ, ਕਿ ਜੋ ਇਹ ਜਵਾਬ ਦੇ ਰਹੇ ਨੇ ਜਿਸ ਪ੍ਰਕਾਰ, ਇਹ ਤੇ ਬ੍ਰਹਮਾ ਜੀ ਤੋਂ ਚੱਲੀ ਆ ਰਹੀ ਹੈ, ਉਹਨਾਂ ਦੇ ਪੁੱਤਰਾਂ ਨੇ ਵੀ ਪਹਿਨਿਆ ਸੀ। ਗੁਰੂ ਸਾਹਿਬ ਜੀ ਕਹਿੰਦੇ ਕਿਉਂ ਪਹਿਨਿਆ ਸੀ, ਇੰਨੀ ਗੱਲ ਕਿਉਂ ਪਹਿਨਿਆ ਸੀ, ਇਹਦਾ ਕੀ ਲਾਭ ਹੈ, ਇਹਦੇ ਨਾਲ ਕੀ ਪਦਵੀ ਮਿਲਦੀ ਹੈ, ਤੇ ਇਹਦੇ ਨਾਲ ਕੀ ਹਾਨੀ ਹੋਏਗੀ ਜੇ ਨਾ ਪਹਿਨਾਂਗਾ ਤੇ। ਆ ਸਵਾਲ ਤੇ ਉਹ ਸਿਆਣੇ ਬ੍ਰਾਹਮਣ ਜਿਹੜੇ ਬੈਠੇ ਸਨ ਉਹ ਕਹਿ ਰਹੇ ਨੇ ਕਿ ਇਹ ਤੇ ਕੋਈ ਨਵੀਂ ਗੱਲ ਨਹੀਂ ਹੈ, ਇਹ ਤੇ ਪੁਰਾਣੀ ਹੈ, ਰਹੁ ਰੀਤੀ ਚੱਲੀ ਆ ਰਹੀ ਹੈ। ਤੇ ਇਸ ਕਰਕੇ ਜਿਹੜਾ ਇਹ ਤੁਸੀਂ ਇਸ ਜਨੇਊ ਨੂੰ ਪਹਿਨ ਲਓ, ਬਾਅਦ ਦੇ ਵਿੱਚ ਬੇਸ਼ੱਕ ਹਟਾ ਦੇਣਾ, ਤੁਸੀਂ ਹੁਣ ਪਹਿਨ ਲਓ।
ਗੁਰੂ ਸਾਹਿਬ ਜੀ ਕਹਿੰਦੇ ਕਿਉਂ? ਜਦੋਂ ਮੈਂ ਪਹਿਨਣਾ ਹੀ ਨਹੀਂ ਹੈ ਤੇ ਫਿਰ ਤੁਸੀਂ ਕਿਉਂ ਪਹਿਨਾਓਗੇ ਤੇ ਕਿਉਂ ਮੈਂ ਬਾਅਦ ਦੇ ਵਿੱਚ ਹਟਾਊਂਗਾ? ਤੇ ਤੂੰ ਚੰਗਾ ਤੇ ਮੈਂ ਪਹਿਨਾ ਹੀ ਨਾ। ਤੇ ਤੁਸੀਂ ਇਹ ਕੀ ਸਿੱਖਿਆ ਦੇ ਰਹੇ ਜੋ ਕਿ ਹੁਣ ਪਹਿਨ ਲਓ ਤੇ ਬਾਅਦ ਦੇ ਵਿੱਚ ਤੁਸੀਂ ਹਟਾ ਦੇਣਾ ਭਾਵੇਂ, ਕੋਈ ਗੱਲ ਨਹੀਂ। ਉਹਦਾ ਕਾਰਨ ਕੀ ਸੀ ਕਿ ਹੁਣ ਹੇਠੀ ਹੋਣੀ ਹੈ। ਹੁਣ ਜਿਹੜਾ ਹੈ ਸਭਾ ਬੈਠੀ ਹੋਈ ਸਿਆਣਿਆਂ ਦੀ, ਉਹਦੇ ਵਿੱਚ ਇੱਕ 9-10 ਸਾਲ ਦਾ ਬਾਲਕ ਉਹਨਾਂ ਦੀਆਂ ਨਜ਼ਰਾਂ 'ਚ, ਉਹਨਾਂ ਵਿਦਵਾਨਾਂ ਦੀਆਂ ਨਜ਼ਰਾਂ 'ਚ, ਸਿਆਣਿਆਂ ਦੀਆਂ ਨਜ਼ਰਾਂ 'ਚ ਇੱਕ ਬਾਲਕ ਬੈਠਾ ਹੈ ਤੇ ਕੁਝ ਪ੍ਰਸ਼ਨ ਕਰ ਰਿਹਾ ਹੈ। ਪਰ ਗੁਰੂ ਸਾਹਿਬ ਜੀ ਤੇ ਧੁਰ ਤੋਂ ਹੀ ਬਖਸ਼ਿਸ਼ ਲੈ ਕੇ ਆਏ ਨੇ। ਤੇ ਹੁਣ ਉਹ ਕਹਿਣ ਲੱਗੇ ਕਿ ਹੁਣ ਪਾ ਲਓ, ਕੋਈ ਗੱਲ ਨਹੀਂ, ਬਾਅਦ 'ਚ ਹਟਾ ਦੇਣਾ ਜੇ ਨਹੀਂ ਚੰਗਾ ਲੱਗੇਗਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਹਾਂਜੀ चलो बाल पाचल गुलता चाली क्यों तुम सब ते चाहो निराली। ਉਹ ਕਹਿਣ ਲੱਗੇ ਸਿਆਣੇ ਜਿਹੜੇ ਸਨ, ਕਹਿੰਦੇ ਹੇ ਬਾਲ, ਹੇ ਬੱਚੇ, ਆਪਣੀ ਕੁਲ ਦੀ ਜਿਹੜਾ ਹੈ ਪ੍ਰਾਚੀਨ ਰੀਤ ਜਿਹੜੀ ਹੈ ਨਾ, ਉਸ ਮੁਤਾਬਕ ਚਲੋ ਹਾਂ। ਤੁਸੀਂ ਸਾਰਿਆਂ ਨਾਲੋਂ ਵੱਖਰੀ ਤੇ ਨਿਰਾਲੀ ਗੱਲ ਕਿਉਂ ਕਰਨੀ ਹੈ ਤੇ ਕਿਉਂ ਤੁਸੀਂ ਕਰ ਰਹੇ ਹੋ? सुन श्री नानक बच द्विज बरका बोले ते मत कर क्यों तरका। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬ੍ਰਾਹਮਣਾਂ ਦੀ ਗੱਲ ਸੁਣੀ ਹੈ ਜਿਨ੍ਹਾਂ ਨੇ ਸਵਾਲ ਕੀਤੇ, ਤੇ ਫਿਰ ਉਹਨਾਂ ਦੀ ਮਤ ਦਾ ਖੰਡਨ ਕਰਨ ਵਾਸਤੇ, ਜੋ ਉਹਨਾਂ ਨੇ ਬੋਲਿਆ ਸੀ ਉਹਦਾ ਜਵਾਬ ਦੇਣ ਵਾਸਤੇ ਗੁਰੂ ਸਾਹਿਬ ਜੀ ਨੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੋ ਦਰਜ ਨੇ, ਕਿਰਪਾ ਕੀਤੀ ਹੈ ਉਹਨਾਂ ਤੇ। श्री मुखवाक चौकड़ भुलियाना अणाइया बैचो तो पाया सिक्खा कंन चढ़ाइया गुरु ब्राह्मण थिया ओ मुआ ओ चढ़ पया वे तका गया। ਚੌਕੜ ਮੁੱਲ ਅਣਾਇਆ, ਅਣਾਇਆ ਨਹੀਂ, ਅਣਾਇਆ, ਬਹਿ ਚੌਕੇ ਪਾਇਆ। ਗੁਰੂ ਸਾਹਿਬ ਜੀ ਕਹਿੰਦੇ ਤੂੰ 4 ਕੌਡੀਆਂ ਦਾ ਧਾਗਾ ਖਰੀਦ ਕੇ ਲਿਆਉਣਾ। ਸਿੱਧੀ ਗੱਲ ਕੀਤੀ ਕਿ ਤੁਸੀਂ 4 ਕੌਡੀਆਂ ਦਾ ਧਾਗਾ ਖਰੀਦ ਕੇ ਲਿਆਉਂਦੇ ਹੋ ਤੇ ਫਿਰ ਵਿਹੜੇ ਵਿੱਚ ਬੈਠ ਕੇ, ਬਹਿ ਚੌਂਕੇ ਪਾਇਆ, ਫਿਰ ਵਿਹੜੇ ਵਿੱਚ ਬੈਠ ਕੇ ਫਿਰ ਜਿਹੜਾ ਅਸਲ ਦੇ ਵਿੱਚ ਜਿਸ ਵੀ ਮਨੁੱਖ ਦੇ ਗਲ ਵਿੱਚ ਪਾਉਣਾ ਹੈ, ਤੁਸੀਂ ਉਹ ਧਾਗਾ ਜਿਹੜਾ ਉਹਦੇ ਗਲ ਦੇ ਵਿੱਚ ਪਾਉਂਦੇ ਹੋ। जो पई आज बिद को दिज देओ जनेऊ चौकड़ बिकत मोलियो ते। ਸਿੱਖਾ ਕੰਨ ਚੜਾਈਆ ਗੁਰ ਬਾਹਮਣ ਥੀਆ। ਫਿਰ ਜਿਹੜਾ ਹੈ ਜਿਹਦੇ ਗਲ ਦੇ ਵਿੱਚ ਪਾਇਆ ਜਾਂਦਾ ਹੈ ਨਾ, ਤੇ ਉਹਦੇ ਕੰਨ ਦੇ ਵਿੱਚ ਇੱਕ ਫੂਕ ਮਾਰੀ ਜਾਂਦੀ ਹੈ, ਕੰਨ ਵਿੱਚ। ਸਿੱਖਾ ਕੰਨ ਚੜਾਈਆ ਗੁਰ ਬਾਹਮਣ ਥੀਆ। ਗੁਰੂ ਸਾਹਿਬ ਜੀ ਕਹਿਣ ਲੱਗੇ, ਫਿਰ ਉੱਥੇ ਕੰਨ ਵਿੱਚ ਇਹ ਗੱਲ ਕਹੀ ਜਾਂਦੀ ਹੈ, ਅੱਜ ਤੋਂ ਤੇਰਾ ਧਾਰਮਿਕ ਗੁਰੂ ਬ੍ਰਾਹਮਣ ਹੈ। ਤੇ ਉਹ ਕੰਨਾਂ ਵਿੱਚ ਫਿਰ ਸਿੱਖਿਆ ਇਹ ਦਿੱਤੀ ਜਾਂਦੀ ਹੈ, ਉਹ ਮੁਆ ਉਹ ਝੜ ਪਿਆ ਵੇ ਤੱਗਾ ਗਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਜਦ ਉਹ ਮਨੁੱਖ ਮਰ ਜਾਂਦਾ ਹੈ, ਉਹ ਜਨੇਊ ਡਿੱਗ ਪੈਂਦਾ ਹੈ ਤੇ ਆਤਮਾ ਬਿਨਾਂ ਧਾਗੇ ਤੋਂ ਚਲੀ ਜਾਂਦੀ ਹੈ। ਅਸਲ ਦੇ ਵਿੱਚ ਮਾਲਕ ਜੀ ਕਹਿਣ ਲੱਗੇ ਇਹਦਾ ਲਾਭ ਕੀ ਹੋਇਆ, ਮੈਨੂੰ ਲਾਭ ਦੱਸੋ ਤੁਸੀਂ। ਜੋ ਸਵਾਲ ਮਾਲਕ ਜੀ ਪਾ ਰਹੇ ਨੇ ਉਹਨਾਂ ਦੇ ਅੱਗੇ, ਉਹਨਾਂ ਦਾ ਜਵਾਬ ਜਿਹੜਾ ਹੈ ਉਹਨਾਂ ਕੋਲ ਹੈ ਨਹੀਂ। ਅੱਗੇ ਮਾਲਕ ਕਹਿੰਦੇ ਅਸਬਿਦ ਕੋ ਦਿਜ ਦੇਹ ਜਨੇਊ ਚੌਕੜ ਬਿਕਤ ਮੋਲ ਲਿਹਤੇਊ। हे ਬ੍ਰਾਹਮਣ, ਇਸ ਵਿਧੀ ਅਨੁਸਾਰ ਤੂੰ ਜਨੇਊ ਦਿੰਦਾ ਹੈ, 4 ਕੌਡੀਆਂ ਦਾ ਧਾਗਾ ਜਿਹੜਾ ਹੈ ਮੁੱਲ ਲੈਂਦਾ ਹੈ। ਅਗਨ ਸੰਗ ਜਰ ਗਇਓ ਜਗ ਮਾਹੀ ਜੈਕਾਰ ਜਿਤੈ ਨਿਭਿਓ ਸੁਨਾਹੀ। ਜਗਤ ਵਿੱਚ ਜਿਹੜਾ ਹੈ ਉਹ ਜਗਤ ਵਿੱਚ ਹੀ ਰਹਿ ਜਾਂਦਾ ਹੈ, ਜਿਹੜਾ ਪਾਉਂਦੇ ਜੋ ਨਾ ਤੁਸੀਂ, ਜਗਤ ਵਿੱਚ ਹੀ ਰਹਿ ਜਾਂਦਾ ਹੈ। ਚਿਹਨ ਤੇ ਹਰ ਕੋਈ ਰਹਿ ਜਾਂਦਾ ਹੈ ਇਸ ਸੰਸਾਰ ਤੇ, ਪਰ ਗੁਰੂ ਸਾਹਿਬ ਜੀ ਜੋ ਸਿੱਖਿਆ ਦੇ ਰਹੇ ਨੇ ਨਾ, ਬਸ ਉਸ ਵਿਚਲੀ ਗੱਲ ਨੂੰ ਸਮਝਣਾ ਹੈ। ਹੁਣ ਤੁਸੀਂ ਕਹੋਗੇ ਤਾਂ ਕਿਸੇ ਨੂੰ ਪ੍ਰਸ਼ਨ ਕਰੋਗੇ, ਅਗਲੇ ਕਹਿਣਾ ਤੁਸੀਂ ਕਕਾਰ ਪਾਏ ਨਹੀਂ, ਇਹ ਵੀ ਤੇ ਅਗਨ ਭੇਟ ਹੋ ਜਾਂਦੇ ਨੇ। ਨਾਰਮਲੀ ਗੱਲ, ਇਹਦਾ ਜਵਾਬ ਕੀ ਹੈ? ਮਾਲਕ ਜੀ ਇੱਕ ਗੱਲ ਸਮਝਾਉਂਦੇ ਨੇ ਕਿ
ਕੱਲ੍ਹ ਵੀ ਜੋ ਬੇਨਤੀ ਕੀਤੀ ਸੀ, ਜਿੱਥੇ ਸਾਡੇ ਕੋਲ ਵਰਦੀ ਹੈ ਉੱਥੇ ਸਾਡੇ ਕੋਲ ਸਬਜੈਕਟ ਵੀ ਅਤੇ ਮਰਿਆਦਾ ਵੀ ਹੋਣੀ ਚਾਹੀਦੀ ਹੈ। ਦੋ ਚੀਜ਼ਾਂ ਨਾਲ ਹੋਣੀਆਂ ਚਾਹੀਦੀਆਂ। ਅਤੇ ਕੇਵਲ ਜੇਕਰ ਮੈਂ ਚਿਹੇ ਨਹੀਂ ਪਾਏ ਹੋਏ ਨੇ, ਉਹਨਾਂ ਦਾ ਲਾਭ ਕੋਈ ਨਹੀਂ। ਫਿਰ ਉਹ ਜਿੱਦਾਂ ਪਾਏ ਫਿਰ ਇੱਥੇ ਹੀ ਰਹਿ ਜਾਣਗੇ, ਕੋਈ ਕਮਾਈ ਨਹੀਂ। ਕਿਉਂਕਿ ਇਹ ਦਾਇਰੇ ਵਿੱਚ ਰੱਖਣ ਵਾਸਤੇ ਸਾਨੂੰ, ਜਿਸ ਧਰਮ ਦੇ ਵਿੱਚ ਉਸ ਦਾਇਰੇ ਵਿੱਚ ਰੱਖਣ ਵਾਸਤੇ ਇਹ ਸਿੱਖਿਆ ਦਿੰਦੇ ਰਹਿੰਦੇ ਨੇ ਸਾਨੂੰ। ਹਰ ਇੱਕ ਕਕਾਰ ਦੀ ਪਰਿਭਾਸ਼ਾ ਹੈ, ਡੈਫੀਨੇਸ਼ਨ ਹੈ। ਤੇ ਗੁਰੂ ਸਾਹਿਬ ਜੀ ਨੇ ਤੇ ਆਪਣੇ ਆਪ ਤੇ ਟਿਕਾ ਕੇ ਬਚਨ ਇੱਦਾਂ ਵੀ ਕਹੇ ਨੇ, ਕਹਿੰਦੇ ਮੈਂ ਰੱਬ ਦਾ ਕੁੱਤਾ ਹਾਂ ਤੇ ਰੱਬ ਨੇ ਹੁਕਮ ਰੂਪੀ ਰੱਸੀ ਮੇਰੇ ਗਲ ਵਿੱਚ ਪਾਈ ਹੋਈ ਹੈ। ਹੁਣ ਰੱਸੀ ਦਾ ਭਾਵ ਕੀ ਹੈ ਕਿ ਜਿੰਨੀ ਮਾਲਕ ਢਿੱਲੀ ਛੱਡੇਗਾ ਓਨਾ ਹੀ ਜਿਹੜਾ ਜਿਹਦੇ ਗਲ ਵਿੱਚ ਰੱਸੀ ਪਈ ਉਹ ਅੱਗੇ ਜਾਏਗਾ, ਨਹੀਂ ਤੇ ਉੱਥੋਂ ਤੱਕ ਹੀ ਸੀਮਤ ਹੈ। ਤੇ ਬਾਬਾ ਕਬੀਰ ਜੀ ਕਹਿਣ ਲੱਗੇ ਭਾਵ ਅਰਥ ਇਹ ਸਮਝਣਾ ਹੈ ਅਸੀਂ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਦਾਇਰੇ ਵਿੱਚ ਅਸੀਂ ਰਹਿਣਾ ਹੈ, ਕਿਉਂਕਿ ਉਸ ਨੇ ਜਿਸ ਦਾਇਰੇ ਵਿੱਚ ਰੱਖਣਾ ਹੈ ਉਸੇ ਦਾਇਰੇ ਵਿੱਚ ਰਹੀਏ। ਉਤੋਂ ਜੇ ਪਾਰ ਲੰਘਾਂਗੇ ਤਾਂ ਸਾਡਾ ਨੁਕਸਾਨ ਹੈ। ਹੁਣ ਇਹ ਜੋ ਕਕਾਰ ਨੇ, ਇਹ ਜੋ ਚਿਹਨ ਹੈ, ਇੱਥੇ ਰਹਿ ਜਾਣੇ, ਪਰ ਇਹਨਾਂ ਦੇ ਰਾਹੀਂ ਅਸੀਂ ਜੋ ਸਿੱਖਣਾ ਹੈ, ਜਿਸ ਦਾਇਰੇ ਵਿੱਚ ਰਹਿਣਾ ਹੈ, ਮਾਲਕ ਜੀ ਬਸ ਉਹੋ ਹੀ ਪ੍ਰਸ਼ਨ ਕਰ ਰਹੇ ਨੇ ਉਹਨਾਂ ਦੇ ਅੱਗੇ। ਕਿਉਂਕਿ ਸਾਨੂੰ ਪਤਾ ਹੈ, ਮੈਨੂੰ ਕੋਈ ਸਵਾਲ ਕਰੇਗਾ ਨਾ ਇਹਨਾਂ ਦਾ ਕੀ ਲਾਭ ਹੈ, ਇਹਨਾਂ ਦਾ ਕੀ ਭਾਵ ਹੈ, ਤੇ ਮੈਂ ਉਹਨਾਂ ਨੂੰ ਪਰਿਭਾਸ਼ਾ ਇੱਕ ਇੱਕ ਦੀ ਦੇ ਦਿਆਂਗਾ। ਤੇ ਗੁਰੂ ਸਾਹਿਬ ਜੀ ਉਹੀ ਗੱਲ, ਕਿਸੇ ਤੇ ਵਾਰ ਨਹੀਂ ਕਰ ਰਹੇ, ਕਿਸੇ ਤੇ ਕੋਈ ਨਫ਼ਰਤ ਨਹੀਂ ਹੈ ਜਨੇਊ ਤੇ। ਮਾਲਕ ਜੀ ਇੱਕੋ ਗੱਲ ਕਹਿ ਰਹੇ ਨੇ, ਲਾਭ ਦੱਸ ਦਿਓ, ਪਦਵੀ ਦੱਸ ਦਿਓ, ਕੀ ਹੋਏਗਾ, ਬਸ ਇਤਨੇ ਕੁ ਸਵਾਲ ਨੇ। ਸੋ ਮਾਲਕ ਜੀ ਅੱਗੇ ਕਹਿ ਰਹੇ ਨੇ ਕਿ ਇਹ ਜਿਹੜਾ ਹੈ ਜਗਤ ਵਿੱਚ ਹੀ ਅੱਗ ਨਾਲ ਸੜ ਜਾਂਦਾ ਹੈ, ਤੇ ਇਸ ਜਿਸ ਕਾਰਜ ਦੇ ਲਈ ਤੂੰ ਪਾਇਆ ਸੀ ਉਸ ਕਾਰਜ ਵਾਸਤੇ ਜਿਹੜਾ ਹੈ ਮਨੁੱਖ ਅਸਲ ਦੇ ਵਿੱਚ ਆਤਮਾ ਦੇ ਨਾਲ ਇਸ ਚੀਜ਼ ਨੂੰ ਜਿਹੜਾ ਹੈ ਨਹੀਂ ਲੈ ਕੇ ਜਾ ਸਕਦਾ। ਭਾਵ ਤੂੰ ਇਹਦੇ ਰਾਹੀਂ ਕੀ ਕਮਾਇਆ ਹੈ ਆਪਣੀ ਜ਼ਿੰਦਗੀ ਦੇ ਵਿੱਚ। ਜੋ ਆਗੇ ਨੈ ਕਾਰਜ ਆਵਾ ਸੋ ਪਾਇਓ ਜਗ ਕੋ ਦਿਖਰਾਵਾ। ਅਸਲ ਦੇ ਵਿੱਚ ਜਿਹੜਾ ਧਾਗਾ ਪ੍ਰਲੋਕ ਵਿੱਚ ਕਿਸੇ ਕੰਮ ਹੀ ਨਹੀਂ ਆਉਣਾ, ਤੇ ਉਸ ਦਾ ਜਿਹੜਾ ਹੈ ਇਸ ਜਗਤ ਦੇ ਵਿੱਚ ਕੇਵਲ ਲੋਕ ਵਿਖਾਵਾ ਹੀ ਹੋਏਗਾ ਨਾ, ਹੋਰ ਕੀ ਹੋਣਾ। ਜਿਹੜਾ ਕੰਮ ਨਹੀਂ ਆਉਣਾ ਕਿਸੇ, ਤੇ ਉਹਦਾ ਤੇ ਫਿਰ ਲੋਕ ਵਿਖਾਵਾ ਹੀ ਹੋਇਆ। ਮਮ ਸੰਸਾਰ ਸੁਨਾਹੀ ਕਾਜੂ ਤੈ ਕੀ ਕਿਉਂ ਕਰਿਓ ਗੁਰ ਲਾਜੂ। ਸੰਸਾਰ ਵਿੱਚ ਜਦ ਇਸ ਜਨੇਊ ਦਾ ਜਿਹੜਾ ਮੇਰੇ ਕਿਸੇ ਕੰਮ ਹੀ ਨਹੀਂ ਆਉਣਾ, ਤੇ ਮੈਂ ਤੁਹਾਡੇ ਚਿੱਤ ਦੀ ਭਾਵ ਜਿਹੜਾ ਹੈ ਲਾਜ, ਮੈਂ ਕਿਉਂ ਜਿਹੜਾ ਹੈ ਪਰਵਾਹ ਕਰਾਂ ਤੁਹਾਡੀ। ਫਿਰ ਤੁਸੀਂ ਮਨ ਦੇ ਵਿੱਚ ਜੋ ਸੋਚ ਕੇ ਬੈਠੇ ਹੋ ਮੈਨੂੰ ਪਤਾ ਹੈ, ਤੇ ਇਸ ਲਈ ਜਿਹੜਾ ਹੈ ਤੁਸੀਂ ਆਪਣੀ ਇੱਜ਼ਤ ਰੱਖਣ ਦੇ ਲਈ ਹੋਰ ਵੀ ਜਿਹੜਾ ਹੈ, ਹੁਣ ਬਰਾਦਰੀ ਬੈਠੀ ਹੋਈ ਹੈ, ਸਾਰੇ ਸਿਆਣੇ ਬੈਠੇ ਹੋਏ ਨੇ ਕਿ ਜੇ ਮੈਂ ਨਾ ਪਾਇਆ ਤੇ ਲੋਕ ਕੀ ਤੁਹਾਨੂੰ ਕਹਿਣਗੇ। ਇਸ ਲਈ ਜਿਹੜਾ ਹੈ ਮੈਂ ਜਨੇਊ ਨਹੀਂ ਪਹਿਨਾਂਗਾ ਤੁਹਾਡੇ ਚਿੱਤ ਦੇ ਲਈ, ਤੁਹਾਡੀ ਲਾਜ ਦੇ ਲਈ। ਮੈਂ ਪਰਵਾਹ ਕਿਉਂ ਕਰਾਂ, ਕਿਉਂਕਿ ਇਹਦਾ ਕੋਈ ਲਾਭ ਹੀ ਨਹੀਂ। ਸੰਗ ਨ ਤਗ ਜਬ ਜਮ ਗਏ ਕੂਟਾ ਤਹਾਂ ਨਾਮ ਹੋਇਓ ਤਗ ਟੂਟਾ। ਜਦ ਜੰਮ ਫੜ ਕੇ ਲੈ ਕੇ ਜਾਂਦੇ ਨੇ ਤਾਂ ਜਨੇਊ ਨਾਲ ਨਹੀਂ ਜਾਂਦਾ। ਇਸ ਲਈ ਜਿਹੜਾ ਹੈ ਉੱਥੇ ਤੇ ਰੱਬ ਦਾ ਨਾਮ ਹੀ ਸਹਾਈ ਹੁੰਦਾ ਹੈ। ਸੁਪੂਰੀ ਚੋਰੀ ਜਾਰੀ ਜਾਂ ਤੇ ਮਿਲੀ ਜਾਤ ਨਾ ਪਾਰੀ। ਜਿਹੜੇ ਕੂੜ ਬੋਲਦੇ ਨੇ, ਝੂਠ ਬੋਲਦੇ ਨੇ, ਚੋਰੀ ਕਰਦੇ ਨੇ, ਠੱਗੀ ਕਰਦੇ, ਵਿਵਚਾਰ ਕਰਦੇ ਨੇ, ਤੇ ਉਹਨਾਂ ਨੂੰ ਇੱਥੇ ਫਿਰ ਕਰੜੀ ਜਿਹੜਾ ਹੈ ਸਜ਼ਾ ਮਿਲਦੀ ਹੈ। ਗਾਤੇ ਸਤਨਾਮ ਕਰਤਾਰਾ ਜਪੋ ਤਾਇਮ ਜਗ ਨਿਸਤਾਰਾ। ਕਰਤਾ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਸੱਚਾ ਹੈ, ਉਹ ਤੁਸੀਂ ਆਪਣੇ ਰਚਨਾ ਦੇ ਨਾਲ ਜਪਿਆ ਕਰੋ, ਤਾਂ ਹੀ ਜਿਹੜਾ ਹੈ ਨਿਸਤਾਰਾ ਛੁਟਕਾਰਾ ਹੈ। ਦੋਨੋਂ ਲੋਕ ਵਿਖੇਰੈ ਸੰਗਾ ਨਿਸ ਦਿਨ ਸਿਮਰੋ ਸੰਗ ਉਮੰਗਾ। ਇਸ ਲਈ ਇਹ ਨਾਮ ਜਿਹੜਾ ਹੈ ਇੱਥੇ ਲੋਕ ਵਿੱਚ ਵੀ ਸਹਾਈ ਹੁੰਦਾ ਹੈ ਤੇ ਪਰਲੋਕ ਵਿੱਚ ਵੀ ਤੇਰੇ ਸਹਾਈ ਹੁੰਦਾ ਹੈ। ਦਿਨ ਰਾਤ ਬੜੇ ਉਤਸ਼ਾਹ ਦੇ ਨਾਲ ਸਿਮਰਨ ਕਰਿਆ ਕਰੋ। ਇਸ ਬਾਹਜ ਕੀ ਪੀਰ ਸੁਪੂਰੀ ਸੁਨ
ਬਚ ਬਿਸਮੈ ਤਾਉਰ ਪੂਰੀ। ਅਸਲ ਦੇ ਵਿੱਚ ਜਿਹੜੀ ਭੀੜ ਲੱਗੀ ਹੋਈ ਸੀ ਨਾ ਖੱਤਰੀਆਂ ਬ੍ਰਾਹਮਣਾਂ ਦੀ, ਤੇ ਉਹ ਜਿਹੜਾ ਹੈ ਭੀੜ ਜਦੋਂ ਇਹ ਸੁਣ ਰਹੀ ਹੈ ਨਾ ਸਭ ਕੁਝ, ਜੋ ਇਕੱਤਰਤਾ ਸੁਣ ਰਹੀ ਹੈ ਸਭ ਕੁਝ, ਉਹ ਬੜੇ ਅਚਰਜ ਨੇ, ਬੜੇ ਹੈਰਾਨ ਨੇ ਕਿ ਇਹ ਕਿਵੇਂ ਦੀਆਂ ਗੱਲਾਂ ਕਰ ਰਹੇ ਹਨ। ਕੋ ਨਾ ਉੱਤਰ ਦੇਨ ਸਮਰੱਥਾ, ਸਤ ਬਾਤ ਕਿਮ ਕਹੈ ਬੇਅਰਥਾ। ਕੋਈ ਵੀ ਜਿਹੜਾ ਹੈ ਉੱਤਰ ਦੇਣ ਦੇ ਸਮਰੱਥ ਨਹੀਂ ਹੈ, ਭਾਵ ਕਿਸੇ ਵਿੱਚ ਤਾਕਤ ਨਹੀਂ ਹੈ ਜਾਂ ਕਿਸੇ ਵਿੱਚ ਇਤਨੀ ਸਮਝ ਨਹੀਂ ਹੈ ਕਿ ਗੁਰੂ ਸਾਹਿਬ ਜੀ ਦੇ ਪ੍ਰਸ਼ਨਾਂ ਦਾ ਉੱਤਰ ਕੋਈ ਦੇ ਸਕੇ। ਤੇ ਸੱਚੀ ਗੱਲ ਨੂੰ ਦੱਸੋ ਕਿਵੇਂ ਜਿਹੜਾ ਹੈ ਕੋਈ ਵਿਅਰਥ ਦੱਸ ਸਕਦਾ ਹੈ? ਸੱਚੀ ਤੇ ਸੱਚੀ ਗੱਲ ਹੈ। ਉਨ ਤੈ ਕਾਲ ਝੁਕਾਲੂ ਗਿਆਤੀ, ਸੋ ਬੋਲੇ ਨਿਜ ਬਾਤ ਸੁਹਾਤੀ। ਇਸ ਪ੍ਰਕਾਰ ਫਿਰ ਜਿਹੜਾ ਹੈ ਉੱਥੇ ਜੋ ਬਾਬਾ ਮਹਿਤਾ ਕਾਲੂ ਜੀ ਦੇ ਸੰਬੰਧੀ ਬੈਠੇ ਸਨ, ਰਿਸ਼ਤੇਦਾਰ ਬੈਠੇ ਸਨ, ਉਹਨਾਂ ਨੇ ਫਿਰ ਜਿਹੜਾ ਆਪਣੇ ਮਨ ਦੇ ਵਿੱਚ ਗੱਲ ਕਹੀ ਹੈ। ਸੁਨੀਏ ਸ਼੍ਰੀ ਨਾਨਕ ਬਰ ਪਰ ਬੀਨਾ, ਤੋਰੇ ਹੱਥ ਰਖ ਗਿਰਾ ਰਸ ਪੀਨਾ। ਅਸਲ ਦੇ ਵਿੱਚ ਹੇ ਗੁਰੂ ਨਾਨਕ, ਉੱਥੇ ਤੇ ਨਾਨਕ ਹੀ ਸ਼ਬਦ ਵਰਤਿਆ ਉਹਨਾਂ ਨੇ ਕਿ ਨਾਨਕ ਆਪ ਜੀ ਜਿਹੜਾ ਹੈ ਸੱਚੀ ਬਾਣੀ ਬਹੁਤ ਮਿੱਠੀ ਬਾਣੀ ਹੈ, ਤੇ ਸਾਨੂੰ ਜਿਹੜਾ ਹੈ ਹੋਰ ਵੀ ਕੁਝ ਸਿੱਖਿਆ ਦਿਓ। ਤਦਪ ਜੁਟਾਵ ਪਿਤ ਖਰਚਿਓ ਦਰਬਾ, ਜਾਗੇ ਉਪਵੀਤ ਹੇਤ ਲਖ ਸਰਖਾ। ਇੱਕ ਗੱਲ ਹੋਰ ਹੈ, ਚਲੋ ਤੁਸੀਂ ਜੋ ਕਹਿ ਰਹੇ ਜੋ ਅਸੀਂ ਮੰਨਦੇ ਠੀਕ ਹੈ, ਪਰ ਤੁਹਾਡੇ ਪਿਤਾ ਜੀ ਨੇ ਜੋ ਧਨ ਖਰਚਿਆ ਹੈ, ਜੋ ਖਰਚਾ ਲਾਇਆ, ਇਹ ਜਨੇਊ ਦੀ ਰਸਮ ਵਾਸਤੇ ਜੋ ਕੀਤਾ ਹੈ, ਜੇ ਤੁਸੀਂ ਇਹ ਜਨੇਊ ਨਹੀਂ ਪਾਉਂਦੇ ਤੇ ਸਭ ਵਿਅਰਥ ਹੈ। ਫਿਰ ਗੁਰੂ ਸਾਹਿਬ ਜੀ ਕਹਿੰਦੇ ਫਿਰ ਕੀ ਹੋਏਗਾ? ਮਤਲਬ ਇਹ ਕਿ ਪਿਤਾ ਨੇ ਖਰਚਾ ਕੀਤਾ ਹੈ, ਧਨ ਖਰਚਿਆ ਹੈ, ਤੇ ਮੈਂ ਉਹਦੀ ਬਦੌਲਤ ਜਿਹੜਾ ਹੈ ਜਨੇਊ ਪਹਿਨ ਲਵਾਂ? ਨਹੀਂ, ਇੱਦਾਂ ਨਹੀਂ ਹੋਏਗਾ। ਤੇ ਇਸ ਲਈ ਜਿਹੜਾ ਹੈ ਤੁਸੀਂ ਜੋ ਕਹਿ ਰਹੇ ਜੋ ਉਹ ਠੀਕ ਨਹੀਂ ਹੈ। ਮੈਂ ਪੈਰੋ ਤਬ ਹੋਏ ਕਾਜੂ, ਜੋ ਤੁਮਰੇ ਪਿਤ ਕੀਨ ਸਮਾਜੂ। ਤੁਹਾਡੇ ਪਿਤਾ ਜੀ ਨੇ ਇਹ ਸਭ ਕੁਝ ਸਮਾਜਿਕ ਰੀਤੀ ਮੁਤਾਬਕ ਜਿਹੜਾ ਕੀਤਾ ਹੈ, ਜੋ ਚੱਲ ਰਿਹਾ ਸੀ, ਤੇ ਜੇ ਤੁਸੀਂ ਨਹੀਂ ਨਾ ਕਰੋਗੇ ਤੇ ਫਿਰ ਇਹ ਸਭ ਵਿਅਰਥ ਹੋ ਜਾਏਗਾ। ਬਿਜ ਬਾਜ ਸਭ ਤੁਮ ਕਰ ਆਵਾ, ਪਹਿਰੋ ਜੰਜੂ ਜਗਤ ਸੁਹਾਵਾ। ਇਸ ਲਈ ਸਾਡੀ ਤੇ ਸਲਾਹ ਇਹ ਹੈ ਕਿ ਤੁਹਾਡੇ ਘਰੇ ਸਾਰੇ ਖੱਤਰੀ ਬ੍ਰਾਹਮਣ ਆਏ ਹੋਏ ਨੇ, ਤੇ ਤੁਸੀਂ ਜਨੇਊ ਪਾ ਲਓ, ਤੇ ਜਗਤ ਵਿੱਚ ਤੁਹਾਨੂੰ ਸ਼ੋਭਾ ਮਿਲੇਗੀ, ਵਡਿਆਈ ਮਿਲੇਗੀ, ਤੇ ਆਪਣੇ ਪਿਤਾ ਦੀ ਸਾਡੀ ਗੱਲ ਮੰਨ ਲਓ। ਜੋ ਨਿਜ ਕੁਲ ਕੀ ਚਲੇ ਨ ਚਾਲੇ, ਜਾਤ ਪਾਤ ਤੈ ਕਰੈ ਨਿਰਾਲੇ। ਜਿਹੜਾ ਮਨੁੱਖ ਆਪਣੀ ਨਿਜ ਕੁਲ ਦੀ ਰੀਤੀ ਨਹੀਂ ਚੱਲਦਾ ਨਾ, ਤੇ ਉਹ ਰਿਸ਼ਤੇਦਾਰ ਕਹਿੰਦੇ ਉਹ ਜਾਤ ਪਾਤ ਤੋਂ ਫਿਰ ਨਿਰਾਲੇ ਰਹਿੰਦੇ ਨੇ, ਭਾਵ ਜਿਹੜਾ ਵੀ ਵੱਖਰਾ ਹੀ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ। ਹਾਂਜੀ, ਨਰ ਸੰਪੂਰਨ ਹਰਿ ਪਰਵਾਰੂ, ਹਰਿ ਖੈਉਰ ਕਰ ਰਹੋ ਗਰ ਤਾਰੂ। ਇਹ ਸਾਰੇ ਲੋਕ ਜਿਹੜੇ ਪਰਿਵਾਰ ਨੇ ਨਾ, ਗਲ ਵਿੱਚ ਜਨੇਊ ਪਾਇਆ ਵੇਖ ਕੇ ਜਿਹੜਾ ਦਿਲ ਵਿੱਚ ਬਹੁਤ ਖੁਸ਼ ਹੁੰਦੇ ਨੇ। ਤੇ ਇਸ ਲਈ ਜਿਹੜਾ ਹੈ ਤੁਸੀਂ ਵੀ ਜਨੇਊ ਜੇ ਨਾ ਪਾਇਆ ਤੇ ਫਿਰ ਹੋਏਗਾ ਕਿ ਤੁਸੀਂ ਇਹਨਾਂ ਤੋਂ ਵੱਖਰੇ ਦਿਖੋਗੇ, ਤੁਹਾਡੇ ਰਿਸ਼ਤੇਦਾਰਾਂ ਨੇ, ਪਰਿਵਾਰ ਨੇ, ਸਾਰਿਆਂ ਨੇ। ਤੇ ਇਸ ਲਈ ਜਿਹੜਾ ਹੈ ਤੁਸੀਂ ਵੀ ਜਨੇਊ ਪਾ ਲਓ। ਨਾ ਤੁਰ ਸਭ ਕੋ ਬਦਿਓ ਹੁਲਾਸਾ, ਵਿਟ ਜੈ ਮਨ ਹੋਏ ਉਦਾਸਾ। ਤੁਹਾਡੇ ਪਿਤਾ ਜੀ, ਤੁਹਾਡੇ ਰਿਸ਼ਤੇਦਾਰ ਸਾਰਿਆਂ ਦਾ ਜੋ ਅੰਦਰ ਇੱਕ ਖੇੜਾ ਜਿਹਾ ਬਣਿਆ ਹੈ ਨਾ, ਉਹ ਫਿਰ ਜਿਹੜਾ ਨਾ ਉਹ ਮਨ ਉਦਾਸ ਹੋ ਜਾਣਗੇ, ਨਾਰਾਜ਼ ਹੋ ਜਾਣਗੇ। ਇੱਦਾਂ ਜਿਹੜਾ ਨਾ ਇਮੋਸ਼ਨਲ ਕੀਤਾ ਜਾਂਦਾ ਹੈ ਮਨੁੱਖਾਂ ਨੂੰ, ਜਿਹੜੇ ਮੰਨੋ ਕਿ ਸੱਚ ਦੇ ਚੱਲਦੇ ਨੇ ਨਾ, ਮਰਿਆਦਾ ਅਨੁਸਾਰ ਕੁਝ ਕਰਦੇ ਨੇ, ਉਹਨਾਂ ਨੂੰ ਫਿਰ ਇਹੋ ਜਿਹਾ ਜਿਹੜਾ ਹੈ ਨਾ ਗੱਲਾਂ ਬਾਤਾਂ ਕਹਿ ਕੇ ਫਲਾਣਾ ਨਾਰਾਜ਼ ਹੋ ਜਾਊਗਾ, ਘਰਦੇ ਨਾਰਾਜ਼ ਹੋ ਜਾਣਗੇ, ਇੰਨਾ ਖਰਚਿਆ ਹੈ, ਆਹ ਚੀਜ਼ ਹੈ, ਇਸ ਲਈ ਤੁਸੀਂ ਜਿਹੜਾ ਸਭ ਕੁਝ ਕਰ ਲਓ ਤਾਂ ਜੋ ਸਾਡਾ ਵੀ ਨੱਕ ਰਵੇ ਤੇ ਸਾਰੇ ਖੁਸ਼ ਵੀ ਹੋ ਜਾਣ। ਤੇ ਗੁਰੂ ਸਾਹਿਬ ਜੀ ਨਾਲ ਵੀ ਇਦਾਂ ਹੀ ਹੋ ਰਿਹਾ ਹੈ। ਮਾਲਕ ਜੀ ਨੂੰ ਕਹਿ ਰਹੇ ਨੇ ਰਿਸ਼ਤੇਦਾਰ, ਸਲਾਹ ਦੇ ਰਹੇ ਨੇ, ਵੇਖੋ ਕਹਿੰਦੇ ਕਰ ਲਓ ਨਹੀਂ ਤੇ ਸਾਰੇ ਨਾਰਾਜ਼ ਹੋ ਜਾਣਗੇ। ਇੱਕ ਵਾਰ ਘਰ ਪਾਏ ਜਨੇਊ, ਪੁਨ ਕਰੀਏ ਇੱਛਾ ਉਰਜਿਓ।
ਪਾਇਓ। ਇੱਕ ਵਾਰ ਤੁਸੀਂ ਜਨੇਊ ਪੈ ਲਓ, ਇੱਕ ਵਾਰ, ਫਿਰ ਮਨ ਦੇ ਵਿੱਚ ਜੋ ਤੁਹਾਡੇ ਆਏਗਾ ਨਾ, ਉਹ ਤੁਸੀਂ ਇੱਛਾ ਮੁਤਾਬਕ ਜੋ ਕਰਨਾ ਹੈ ਉਹ ਤੁਸੀਂ ਕਰ ਸਕਦੇ ਹੋ। ਅਸ ਸੁਨ ਕਰ ਗਿਆ ਤਿਨ ਕੇ ਬੈਨਾ, ਹੁਣ ਬੋਲੇ ਸ਼੍ਰੀ ਪੰਕਜ ਨੈਣਾ। ਇਸ ਪ੍ਰਕਾਰ ਆਪਣੇ ਸਗੇ ਸੰਬੰਧੀਆਂ ਦੇ, ਰਿਸ਼ਤੇਦਾਰਾਂ ਦੇ ਇਹ ਜਦੋਂ ਬੋਲ ਬਚਨ ਸੁਣੇ ਨੇ ਨਾ, ਤੇ ਗੁਰੂ ਸਾਹਿਬ ਜੀ ਨੇ ਫਿਰ ਪਾਵਨ ਬਾਣੀ ਦੇ ਰਾਹੀਂ ਉਹਨਾਂ ਨੂੰ ਵੀ ਸਿੱਖਿਆ ਦਿੱਤੀ। ਸ਼੍ਰੀ ਮੁਖਵਾਕ ਮਹਿਲਾ ਪਹਿਲਾ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ। ਮਨੁੱਖ ਜਿਹੜਾ ਹੈ ਲੱਖਾਂ ਚੋਰੀਆਂ, ਲੱਖਾਂ ਹੀ ਵਿਵਚਾਰ ਕਰਦਾ ਹੈ, ਲੱਖਾਂ ਝੂਠ ਬੋਲਦਾ ਹੈ, ਤੇ ਮੰਦੇ ਬਚਨ ਜਿਹੜਾ ਹੈ ਬੋਲਦਾ ਹੈ। ਗਾਲ ਦਾ ਤੇ ਮੰਦੇ ਬਚਨ, ਭੈੜੇ ਬੋਲ ਬੋਲਦਾ ਹੈ। ਲੱਖ ਠਗੀਆਂ ਪਹਿਨਾਮੀਆਂ, ਰਾਤ ਦਿਨ ਸਜੇ ਨਾਲ। ਰਾਤ ਦਿਨ ਅਣਗਿਣਤ ਠੱਗੀਆਂ, ਤੇ ਅਸਲ ਦੇ ਵਿੱਚ ਜਿਹੜਾ ਹੈ ਆਪਣੇ ਸਾਥ ਦੇ ਜੀਵਾਂ ਦੇ ਨਾਲ ਸਭ ਕੁਝ ਕਰਦਾ ਹੈ ਜੋ ਬੁਰਾ ਕਰਮ ਹੈ। ਦਾਗ ਕਪਾਹੋਂ ਕੱਤੀਐ, ਬ੍ਰਾਹਮਣ ਵਟੇ ਆਏ। ਧਾਗਾ ਰੂਹ ਤੋਂ ਕੱਤਿਆ ਜਾਂਦਾ ਹੈ ਤੇ ਫਿਰ ਬ੍ਰਾਹਮਣ ਜੀ ਆ ਕੇ ਇਸ ਨੂੰ ਜਿਹੜਾ ਹੈ ਵੱਟਦੇ ਹਨ। ਕੋ ਬਕਰਾ ਰਿਨ ਖਾਇਆ, ਸਭ ਕੋ ਆਖੇ ਪਾਏ। ਫਿਰ ਬੱਕਰਾ ਮਾਰਿਆ ਜਾਂਦਾ ਹੈ, ਉਹਨੂੰ ਪਕਾਇਆ ਜਾਂਦਾ ਹੈ, ਫਿਰ ਖਾਧਾ ਜਾਂਦਾ ਹੈ। ਤਦ ਹਰ ਕੋਈ ਕਹਿੰਦਾ ਹੈ ਕਿ ਹਾਂ ਭਾਈ ਜਨੇਊ ਪਾ ਲਿਆ। ਇਹਦਾ ਕੀ ਭਾਵ ਹੋਇਆ? ਖਾ ਪੀ ਕੇ ਤੇ ਫਿਰ ਖੁਸ਼ ਹਾਂ ਅਸੀਂ, ਤੇ ਜੇ ਅਸਲ ਦੇ ਵਿੱਚ ਇਹ ਨਾ ਕੀਤਾ ਜਾਵੇ ਫਿਰ ਸਾਰੇ ਉਦਾਸ ਚ। ਰਿਸ਼ਤੇਦਾਰਾਂ ਨੂੰ ਗੁਰੂ ਸਾਹਿਬ ਜੀ ਇਹ ਗੱਲਾਂ ਕਹਿ ਰਹੇ ਨੇ, ਕਹਿੰਦੇ ਬੱਕਰਾ ਵੱਢੋ, ਪਕਾਓ ਤੇ ਫਿਰ ਖਵਾਓ, ਤੁਸੀਂ ਖੁਸ਼ ਹੋ, ਤੇ ਜੇ ਨਾ ਕਰੋ ਤੇ ਫਿਰ ਤੁਸੀਂ ਉਦਾਸ ਹੋ। ਇਹਦਾ ਕੀ ਮਤਲਬ? ਅਸਲ ਦੇ ਵਿੱਚ ਜਿਹੜਾ ਹੈ ਅਸੀਂ ਤੁਹਾਨੂੰ ਖੁਸ਼ ਕਰੀਏ ਕਿ ਰੱਬ ਨੂੰ ਖੁਸ਼ ਕਰੀਏ? ਤੁਸੀਂ ਖੁਸ਼ ਹੋਣਾ ਹੈ, ਠੀਕ ਹੈ, ਪਰ ਇਹ ਨਹੀਂ ਕਿ ਮੈਂ ਪਰਮਾਤਮਾ ਨੂੰ ਜਿਹੜਾ ਹੈ ਦੁਖੀ ਕਰ ਦੇਵਾਂ, ਉਸ ਮੁਤਾਬਕ ਨਾ ਚੱਲਾਂ। ਸੰਸਾਰ ਤੇ ਇਸ ਪ੍ਰਕਾਰ ਜਿਹੜਾ ਹੈ ਨਾ ਕਰਕੇ, ਅਸਲ ਦੇ ਵਿੱਚ ਕੋਹ ਬੱਕਰਾ, ਕੋਹ ਦਾ ਅਰਥ ਕੱਟ ਕੇ, ਕੋਹ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਏ। ਫਿਰ ਖਾ ਪੀ ਕੇ ਤੇ ਕਹਿੰਦੇ ਹੁਣ ਜਨੇਊ ਪਾ ਦਿਓ। ਇਹੋ ਜੀ ਰੀਤੀ ਮੁਤਾਬਕ ਹੋਏ ਪੁਰਾਣਾ ਸੁੱਟੀਐ, ਵੀ ਫਿਰ ਪਾਈਏ ਹੋਰ। ਨਾਨਕ ਤੱਕ ਨ ਟੁੱਟਈ, ਜੇ ਤੱਕ ਹੋਵੇ ਜੋਰ। ਇਸ ਪ੍ਰਕਾਰ ਇੱਕ ਜਵਾਬ ਹੋਰ ਦਿਓ, ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤੇ ਇਸ ਨੂੰ ਸੁੱਟ ਦਿੰਦੇ ਆ ਤੇ ਫਿਰ ਨਵੇਂ ਸਿਰਿਓਂ ਹੋਰ ਪਾ ਦਿੱਤਾ ਜਾਂਦਾ ਹੈ। ਇਸ ਕਰਕੇ ਜਿਹੜਾ ਹੈ ਨਾਨਕ ਤੱਗ ਨਾ ਟੁੱਟਈ, ਜੇ ਤੱਗ ਹੋਵੇ ਜੋਰ। ਧਾਗਾ ਤਦ ਜਿਹੜਾ ਹੈ ਕਦੇ ਟੁੱਟ ਹੀ ਨਹੀਂ ਸਕਦਾ ਜੇ ਧਾਗੇ ਵਿੱਚ ਕੋਈ ਆਤਮਿਕ ਸ਼ਕਤੀ ਹੋਵੇ। ਭਾਵ ਇਹਦੇ ਵਿੱਚ ਹੈ ਕੀ ਹੈ? ਇਹ ਤਾਂ ਜਵਾਬ ਦਿਓ। ਮੈਂ ਤੇ ਜਵਾਬ ਚਾਹੁੰਦਾ ਹੈ, ਤੁਹਾਡੇ ਕੋਲ ਹੈਗਾ ਤਾਂ ਤੁਸੀਂ ਦੇ ਦਿਓ, ਪਰ ਜਵਾਬ ਉਹਨਾਂ ਕੋਲ ਵੀ ਕੁਝ ਨਹੀਂ ਹੈਗਾ। ਉਹਨਾਂ ਨੇ ਸਿੱਧੀ ਗੱਲ ਕਹਿ ਦਿੱਤੀ ਹੈ, ਇਹ ਤੇ ਪਰੰਪਰਾ ਹੈ ਪਹਿਲਾਂ ਦੀ। ਕਿਉਂ ਹੈ, ਕਿਵੇਂ ਹੈ? ਸਤਿਗੁਰੂ ਜੀ ਨੇ ਜੋ ਸਵਾਲ ਕੀਤੇ ਨੇ ਉਹਨਾਂ ਦਾ ਜਵਾਬ ਹਜੇ ਤੱਕ ਨਹੀਂ ਮਿਲਿਆ ਹੈ। ਸੋ ਅੱਗੇ ਮਾਲਕ ਜੀ ਕਿਵੇਂ ਪਾਵਨ ਬਾਣੀ ਦੇ ਰਾਹੀਂ ਹੋਰ ਸਿੱਖਿਆ ਦੇਣਗੇ, ਆਪਣੇ ਸਾਗ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਜਵਾਬ ਦੇਣਗੇ ਮਾਲਕ ਕਿ ਮੈਂ ਇਸ ਜਨੇਊ ਨੂੰ ਧਾਰਨ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਉਹ ਸ਼ਬਦ ਦੇ ਰਾਹੀਂ ਅੱਗੇ ਵੀ ਮਾਲਕ ਕਿਰਪਾ ਕਰਨਗੇ ਕੱਲ੍ਹ ਦੇ ਦੀਵਾਨਾਂ ਵਿੱਚ। ਸੋ ਮਾਫ ਕਰਨਾ, ਆਪਾਂ 14 ਤਰੀਕ ਸ਼ਾਮ ਨੂੰ ਜਿਹੜਾ ਹੈ ਕਥਾ ਹੋਏਗੀ। ਹੁਣ ਕੱਲ੍ਹ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ। 14 ਤਰੀਕ ਸਵੇਰੇ 8 ਵਜੇ ਸਮਾਪਤੀ। ਉਪਰੰਤ ਖਾਲਸਾ ਸਿਰਜਣਾ ਦਿਵਸ ਨੂੰ ਸਮਰਪਿਤ 1:30 ਵਜੇ ਤੱਕ ਪਾਵਨ ਦੀਵਾਨ। ਸੋ ਆਪਾਂ 14 ਤਰੀਕ ਸ਼ਾਮ ਨੂੰ ਕਥਾ ਦੀ ਫੇਰ ਜਿਹੜਾ ਹੈ ਹਾਜ਼ਰੀ ਭਰਾਂਗੇ। ਮਾਲਕ ਕਿਰਪਾ ਕਰੇ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਬਨਾਸੀ, हे पूरन हे सर्ब मैं, ਸੁਖ ਪੰਜਨ ਗੁਣਤਾ, हे संगी हे निरंकार, ਨਿਰਗੁਣ ਸਭ
हे गोविंद हे गुण निधान, हे सदा विवेक, हे अपरंपर हर हरे, है भी हो बनियार, हे संता के सदा संग, दारा दार, हे ठाकुर हों दासरो, वीर गुण गुण नहीं कोई, नानक दीजै नाम दान। आखो लिए परो, आए प्रभ शरणागति, पानी दयाल, एक अखर हर मन बसत, नानक होत निहाल, आए प्रभ शरणागति, पानी दयाल, एक अखर हर मन बसत। नानक होत निहाल। वाहिगुरु जी का खालसा, वाहिगुरु जी की फतेह।